वाहिगुरु जी का खालसा वाहिगुरु जी की फतेह। आइए कथा विचार सरवण करिए ज्ञानी जसविंदर सिंह जी पौंटा साहब वालिया तो। वाहिगुरु जी का खालसा वाहिगुरु जी की फतेह। वाहिगुरु जी एक ओंकार सतनाम करता पुरख निर्भव निर्वैर अकाल मूरत अजुनी सैपं गुर प्रसाद जप आद सच जुगाद सच है भी सच नानक होसी भी सच बेसुमार अथा अगनत अतुल जो बुलावो त्यों नानक दास बोले। हम अवगण परे एक गुण नाही अमृत छाड़ बिक बिक माया मोह परम पै पुले सुतदारा स्यों प्रीत लगाए। एक उत्तम पंथ सुनियो गुर संगत कह मिलंत जम त्रास मिटाई। एक अरदास पाठ कीरत की गुर रामदास राखो शरणाई। गुर रामदास राखो शरणाई। परम सन्मानयोग गुरु रूप गुरु खालसा जी आप हड़भागी हो जो अमृत वेले तो गुरु दरबार दी हाजियां भर के अपना जो कीमती मनुखा जन्म है इसनूं आपां सफल कर रहे हैं। पंजां बाणियां दे नितनेम सुखमनी साहिब दे जाप उपरंत भाई साहब वालों आशा की वार्ता कीर्तन बहुत ही रसमयी आवाज आपने ने श्रवण किया है। शब्द पढ़िया है भाई साहब जी ने सतगुरु बिना और कच्ची है बाणी, क्योंकि कल का जो दिन है साहिब श्री गुरु ग्रंथ साहिब जी का प्रकाश दिहाड़ा जो सारे ही संसार में मनाया जा रहा है। साहिब श्री गुरु अमरदास जी महाराज ने
ਇਸ ਦੇ ਅੰਦਰ ਇਹ ਸਮਝਾਉਣਾ ਕੀਤਾ ਹੈ ਕਿ ਬਿਨਾਂ ਸਤਿਗੁਰ ਤੋਂ ਹੋਰ ਜੋ ਵੀ ਆਪਾਂ ਪੜ੍ਹਦੇ ਹਾਂ, ਆ ਮਾਇਆ ਬੀਬੀਆਂ ਕਈ ਵਾਰੀ ਧਾਰਨਾ ਦਾ ਕੀਰਤਨ ਕਰਦੀਆਂ ਨੇ, ਗੁਰਮੁਖ ਜਨ ਵੀ ਕਰਦੇ ਨੇ, ਪ੍ਰਭਾਤ ਫੇਰਿਆਂ ਦੇ ਵਿੱਚ ਵੀ ਧਾਰਨਾ ਕੱਚੀਆਂ ਲਾਈਆਂ ਜਾਂਦੀਆਂ ਨੇ। ਸਤਿਗੁਰ ਕਹਿੰਦੇ ਨੇ ਕੰਨ ਰਸ ਤੇ ਆਪਾਂ ਉਹਦੇ ਨਾਲ ਹੋ ਸਕਦੇ ਹਾਂ। ਸਾਡੇ ਕੰਨਾਂ ਨੂੰ ਬਹੁਤ ਆਨੰਦ ਆਏਗਾ। ਕੱਚੀ ਬਾਣੀ ਪੜ੍ਹੋ, ਐਸੇ ਐਸੇ ਗੀਤ ਲਿਖੇ ਗਏ ਨੇ ਜਿਹੜੇ ਮਨ ਨੂੰ ਐਸਾ ਭਰਮਾ ਲੈਂਦੇ ਨੇ, ਮਨ ਕਹਿੰਦਾ ਇਹ ਸਭ ਕੁਝ ਹੈ। ਪਰ ਸਤਿਗੁਰ ਕਹਿੰਦੇ ਨਹੀਂ, ਇਹ ਸਭ ਕੁਝ ਨਹੀਂ ਹੈ, ਇਹ ਤੇਰਾ ਕੰਨ ਰਸ ਹੈ। ਇਹਦੇ ਨਾਲ ਤੈਨੂੰ ਆਤਮਿਕ ਰਸ ਮਿਲਣ ਵਾਲਾ ਨਹੀਂ ਹੈ, ਕਿਉਂਕਿ ਇਹ ਬੰਦੇ ਦੀ ਘੜਤ ਹੈ। ਉਹਨੇ ਆਪਣੇ ਹੀ ਮਨ ਦੇ ਨਾਲ ਗੁਰੂ ਦੇ ਪ੍ਰਥਾਏ ਕੁਝ ਗੀਤ ਲਿਖੇ ਜੋ ਬਹੁਤ ਪ੍ਰਭਾਵਸ਼ਾਲੀ ਸਨ, ਪਰ ਇਹਦੇ ਨਾਲ ਸਾਡਾ ਉਧਾਰ ਹੋਣਾ ਬਹੁਤ ਮੁਸ਼ਕਲ ਹੈ, ਕਿਉਂਕਿ ਇਹ ਕੱਚੀ ਬਾਣੀ ਹੈ। ਇਸੇ ਤਰ੍ਹਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਦਰਬਾਰ ਲੱਗਾ ਹੈ। ਉੱਥੇ ਜਦੋਂ ਬਾਣੀ ਪੜ੍ਹੀ ਗਈ, ਮਿਹਰਬਾਨ ਸਾਹਿਬ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ, ਤੇ ਇਤਿਹਾਸ ਗਵਾਹ ਹੈ ਕਿ ਉਸ ਸਮੇਂ ਜੋ ਮਿਹਰਬਾਨੀਆਂ ਨੇ ਸੰਗਤਾਂ ਬੈਠੀਆਂ ਸਨ, ਜੋ ਪ੍ਰਤੀ ਚੰਦ ਦਾ ਲੜਕਾ ਮਿਹਰਬਾਨ ਸੀ, ਉਹਨੇ ਆਪਣਾ ਗ੍ਰੰਥ ਰਚਿਆ ਹੋਇਆ ਹੈ। ਉਹਨੇ ਵੀ ਆਪਣੇ ਗ੍ਰੰਥ ਦੇ ਅੰਦਰ ਐਸੇ ਐਸੇ ਸ਼ਬਦ ਆਪਣੇ ਮਨ ਦੇ ਨਾਲ ਭਰੇ ਹੋਏ ਨੇ ਤੇ ਥੱਲੇ ਨਾਨਕ ਮੋਹਰ ਲਗਾਈ ਹੈ। ਜਦੋਂ ਉਹ ਸੁਣਿਆ ਤੇ ਸਾਹਿਬਾਂ ਦੇ ਕੋਲ ਆ ਕੇ ਬੇਨਤੀ ਕੀਤੀ ਵੀ ਸੰਗਤਾਂ ਕਹਿੰਦੀਆਂ ਨੇ ਇਹ ਜੋ ਬਾਣੀ ਪੜ੍ਹੀ ਜਾ ਰਹੀ ਹੈ ਇਹ ਤੇ ਮਿਹਰਬਾਨ ਨੇ ਲਿਖੀ ਹੋਈ ਹੈ, ਉਹਨਾਂ ਨੇ ਉਚਾਰਨ ਕੀਤੀ ਹੋਈ ਹੈ। ਹੁਣ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਇੱਕਦਮ ਚੁੱਪ ਕਰ ਗਏ, ਕਿਉਂਕਿ ਨਾਮ ਮਿਹਰਬਾਨ ਆ ਗਿਆ। ਪਰ ਉਹ ਦਾਤੇ ਨੂੰ ਸਿਫਤ ਸਲਾਹ ਕੀਤੀ ਹੋਈ ਹੈ ਕਿ ਦਾਤਾ ਸਦਾ ਮਿਹਰਬਾਨ ਹੈ। ਪਰ ਜੋ ਮਿਹਰਬਾਨ ਦੀ ਸੰਗਤ ਬੈਠੀ ਸੀ ਉਸ ਸਮੇਂ, ਜਦੋਂ ਉਹਨਾਂ ਨੇ ਆ ਕੇ ਦੱਸਿਆ ਕਿ ਸਾਹਿਬ ਕਹਿੰਦੇ ਨਹੀਂ, ਉਸ ਸਮੇਂ ਮਨ ਵਿੱਚ ਇੱਕ ਸੰਕਲਪ ਲਿਆ ਗਿਆ ਕਿ ਮੈਂ ਐਸਾ ਗ੍ਰੰਥ ਤਿਆਰ ਕਰਨਾ ਹੈ ਜਿਹਦੇ ਅੰਦਰ ਕੇਵਲ ਤੇ ਕੇਵਲ ਸੱਚੀ ਬਾਣੀ ਹੋਵੇ, ਜਿਹਦੇ ਅੰਦਰ ਝੂਠ ਕਦੇ ਵੀ ਨਾ ਹੋਵੇ। ਤੇ ਸੰਗਤਾਂ ਕਹਿੰਦੀਆਂ ਨੇ ਸੱਚੀ ਬਾਣੀ ਤੇ ਉਚਾਰਨ ਹੋ ਜਾਏਗੀ, ਸਾਨੂੰ ਕਿਵੇਂ ਪਤਾ ਲੱਗੇਗਾ ਵੀ ਆਹ ਸੱਚੀ ਬਾਣੀ ਹੈ ਤੇ ਆਹ ਕੱਚੀ ਬਾਣੀ ਹੈ। ਉੱਥੇ ਬੈਠੇ ਸਨ ਭਾਈ ਗੁਰਦਾਸ ਜੀ ਤੇ ਭਾਈ ਬੰਦਾ ਜੀ। ਉਹ ਕਹਿਣ ਲੱਗੇ ਇੱਕ ਕਮਰੇ ਦੇ ਅੰਦਰ ਸੰਸਾਰਕ ਗੱਲ ਉਹਨਾਂ ਨੇ ਕੀਤੀ ਹੈ ਕਿ ਪਤੀ ਬੈਠੇ ਹੋਣ, ਨਾਲ ਦੇ ਕਮਰੇ ਵਿੱਚ ਇਸਤਰੀਆਂ ਬੈਠੀਆਂ ਹੋਣ। ਜਦੋਂ ਪਤੀ ਬੋਲਦਾ ਹੈ, ਇੱਕਦਮ ਪਤਨੀ ਕਹਿੰਦੀ ਹੈ ਆ ਮੇਰੇ ਪਤੀ ਦੀ ਆਵਾਜ਼ ਹੈ, ਜਿਹੜਾ ਮਨਮੁਖ ਹੈ ਆ ਮੇਰੇ ਪਤੀ ਦੀ ਆਵਾਜ਼ ਹੈ। ਇਸ ਤਰ੍ਹਾਂ ਜਦੋਂ ਪਤੀ ਦੀ ਆਵਾਜ਼ ਪਤਨੀ ਪਹਿਚਾਨ ਸਕਦੀ ਹੈ, ਇਸੇ ਤਰ੍ਹਾਂ ਜਗਿਆਸੂ ਇਸਤਰੀਆਂ ਸੱਚੇ ਬਾਣੀ ਨੂੰ ਪਹਿਚਾਨ ਲੈਣਗੀਆਂ ਵੀ ਆ ਸੱਚੀ ਹੈ ਆ ਕੱਚੀ ਹੈ। ਉਸ ਸਮੇਂ ਸੰਗਤਾਂ ਦੇ ਅੰਦਰ ਇੱਕ ਹੌਸਲਾ ਜਿਹਾ ਜਾਗਿਆ ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋ ਸੰਕਲਪ ਲਿਆ ਉਹ ਆਪਾਂ ਨੇ ਕੱਲ ਦੇ ਦੀਵਾਨਾਂ ਦੇ ਅੰਦਰ ਹਾਜ਼ਰੀ ਭਰਨੀ ਹੈ। ਉਹਦੇ ਅੰਦਰ ਦੱਸਿਆ ਜਾਏਗਾ ਕਿ ਸਾਹਿਬਾਂ ਨੇ ਇਹ ਸਾਰਾ ਜੋ ਸੰਗ੍ਰਹਿ ਹੈ ਇਹ ਕਿੰਨਾ ਸਮਾਂ ਲਗਾ, ਕਿਸ ਤਰ੍ਹਾਂ ਤਿਆਰ ਕੀਤਾ ਗਿਆ, ਕਿੱਥੇ ਤਿਆਰ ਕੀਤਾ ਗਿਆ, ਲਿਖਤ ਰੂਪ ਕਿੱਥੇ ਹੋਈ, ਇਹ ਕੱਲ ਦੇ ਦੀਵਾਨਾਂ ਵਿੱਚ ਹਾਜ਼ਰੀ ਕਰਨੀ ਹੈ। ਅੱਜ ਵੀ ਸਤਿਗੁਰ ਸਮਝਾ ਰਹੇ ਨੇ ਭਾਈ, ਜਿਨ੍ਹਾਂ ਨੇ ਸੰਸਾਰ ਤੇ ਆ ਕੇ ਪੂਰੇ ਸਤਿਗੁਰ ਦੀ ਆਰਾਧਨਾ ਨਹੀਂ ਕੀਤੀ, ਸਤਿਗੁਰ ਜੀ ਉਹਨਾਂ ਦੇ ਵਾਸਤੇ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸਮਝਾ ਰਹੇ ਹਨ। ਸੋਰਠ ਮਹੱਲਾ ਤੀਜਾ, ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਇੱਥੇ ਹੁਣ ਸਤਿਗੁਰ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਬਹੁਤ ਹੀ ਸੁੰਦਰ ਕਥਨ ਕਰਦੇ ਹੋਏ ਇਹ ਸਮਝਾਉਂਦੇ ਨੇ, ਇਹ ਭਾਈ
ਉਹੀ ਮਨੁੱਖ ਗੁਰੂ ਦਾ ਸਿੱਖ ਹੈ। ਹੁਣ ਸਿੱਖ ਤੇ ਅਸੀਂ ਸਾਰੇ ਹੀ ਹਾਂ। ਜਿਹੜਾ ਸਿੱਖਿਆ ਹਾਸਲ ਕਰ ਰਿਹਾ ਉਹ ਸਿੱਖ ਹੈ, ਭਾਵੇਂ ਉਹ ਸਹਿਜ ਧਾਰੀ ਹੈ, ਭਾਵੇਂ ਉਹ ਪੇਸ਼ਾ ਧਾਰੀ ਹੈ। ਜੋ ਸਿੱਖਿਆ ਗੁਰੂ ਕੀ ਹਾਸਲ ਕਰ ਰਿਹਾ ਹੈ ਉਹ ਸਿੱਖ ਹੈ। ਸਤਿਗੁਰੂ ਕਹਿੰਦੇ ਨੇ ਉਹੀ ਮਨੁੱਖ ਗੁਰੂ ਦਾ ਸਿੱਖ ਹੈ ਜੋ ਗੁਰੂ ਨੂੰ ਆਪਣਾ ਮਿੱਤਰ ਹਰ ਸਮੇਂ ਹੀ ਮੰਨਦਾ ਹੈ। ਇਹ ਨਹੀਂ ਕਿ ਦੁੱਖ ਆ ਗਿਆ ਗੁਰੂ ਨੂੰ ਮਿੱਤਰ ਬਣਾ ਲਿਆ, ਸੁੱਖ ਆ ਗਿਆ ਤੂੰ ਕੌਣ ਤੇ ਮੈਂ ਕੌਣ, ਹੁਣ ਤੇ ਮੈਂ ਹੀ ਮੈਂ। ਕਿਉਂਕਿ ਮਾਇਆ ਦਾ ਪ੍ਰਭਾਵ ਐਸਾ ਮਨੁੱਖ ਤੇ ਪਿਆ ਹੈ, ਗੁਰੂ ਨੂੰ ਵੀ ਵਿਸਾਰ ਦਿੰਦਾ ਹੈ। ਜਦੋਂ ਮਾਇਆ ਆ ਗਈ ਤੇ ਫਿਰ ਮੈਂ, ਜਦੋਂ ਚਲੀ ਗਈ ਫਿਰ ਸਤਿਗੁਰੂ ਤੂੰ ਹੀ ਤੂੰ। ਇਸ ਤਰ੍ਹਾਂ ਦਾ ਪ੍ਰਭਾਵਸ਼ਾਲੀ ਜੋ ਬੰਦਾ ਆਪਣੇ ਆਪ ਨੂੰ ਕਹਿੰਦਾ ਹੈ ਉਹ ਗੁਰੂ ਦੇ ਦਰ ਤੇ ਪ੍ਰਵਾਨ ਨਹੀਂ ਹੈ। ਉਹੀ ਸਿੱਖ ਗੁਰੂ ਕੇ ਦਰ ਤੇ ਪ੍ਰਵਾਨ ਹੈ ਜੋ ਗੁਰੂ ਨੂੰ ਹਰ ਸਮੇਂ ਹੀ ਮਿੱਤਰ ਬਣਾਉਂਦਾ ਹੈ, ਗੁਰੂ ਦਾ ਰਿਸ਼ਤੇਦਾਰ ਹੈ, ਜਿਹੜਾ ਗੁਰੂ ਨੂੰ ਹਰ ਸਮੇਂ ਗੁਰੂ ਦੀ ਰਜ਼ਾ ਵਿੱਚ ਤੁਰਦਾ ਹੈ। ਅਸਲ ਸਿੱਖ ਉਹ ਹੈ। ਭੇਖੀ ਸਿੱਖ ਨਾ ਹੋਵੇ, ਦਿਖਾਵੇ ਦਾ ਸਿੱਖ ਨਾ ਹੋਵੇ, ਮਤਲਬੀ ਸਿੱਖ ਨਾ ਹੋਵੇ। ਸਤਿਗੁਰੂ ਕਹਿੰਦੇ ਨੇ ਉਹ ਪ੍ਰਵਾਨ ਨਹੀਂ ਹੈ। ਸਤਿਗੁਰੂ ਕਹਿੰਦੇ ਨੇ ਸੋ ਸਿੱਖ ਸਖਾ ਬੰਦਤ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਕਾਵੇ। ਇੱਥੇ ਹੁਣ ਸਤਿਗੁਰੂ ਨੇ ਸਮਝਾਉਣਾ ਕੀਤਾ ਹੈ, ਜਿਹੜੇ ਭਾਈ ਮਨੁੱਖ ਆਪਣੀ ਮਰਜ਼ੀ ਦੇ ਨਾਲ, ਆਪਣੀ ਮਰਜ਼ੀ ਅਨੁਸਾਰ ਤੁਰਦੇ ਨੇ ਕਿ ਮੈਂ ਆਪਣੀ ਮਰਜ਼ੀ ਦਾ ਮਾਲਕ ਹਾਂ, ਸਾਰੇ ਮਰਜ਼ੀ ਦੇ ਮਾਲਕ ਹਾਂ, ਆਪਣੀ ਮਰਜ਼ੀ ਦੇ ਨਾਲ ਤੁਰਦੇ ਨੇ। ਸਤਿਗੁਰੂ ਕਹਿੰਦੇ ਨੇ ਉਹ ਪ੍ਰਭੂ ਦੇ ਸਦਾ ਦਰ ਤੋਂ ਵਿਛੜ ਜਾਂਦੇ ਹਨ ਕਿ ਸਦਾ ਹੀ ਦੁੱਖ ਸਹਾਰਦੇ ਨੇ। ਕਿਉਂਕਿ ਆਪਣੀ ਮਰਜ਼ੀ ਨਾਲ ਕਰ ਰਹੇ ਨੇ, ਆਹ ਮਨ ਕੀਤਾ ਉਹ ਕਰ ਲਿਆ, ਗੁਰੂ ਦੀ ਰਜ਼ਾ ਨੂੰ ਪੁੱਛਿਆ ਹੀ ਨਹੀਂ, ਨਾ ਗੁਰੂ ਦੀ ਰਜ਼ਾ ਨੂੰ ਅਸੀਂ ਕਦੇ ਮੰਨਿਆ ਹੈ। ਸਤਿਗੁਰੂ ਕਹਿੰਦੇ ਨੇ ਭਾਈ ਉਹ ਸਦਾ ਹੀ ਦੁੱਖ ਪਾਉਂਦਾ ਹੈ, ਬਿਨ ਸਤਿਗੁਰ ਸੁਖ ਕਦੇ ਨਾ ਪਾਵੇ ਭਾਈ, ਫਿਰ ਪਛਤਾਵੇ। ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਮਨੁੱਖ ਕਦੇ ਵੀ ਸੁੱਖ ਨਹੀਂ ਪਾ ਸਕਦਾ। ਹੁਣ ਸ਼ਰਨ ਆਏ ਨੂੰ ਸਤਿਗੁਰ ਕੰਠ ਲਗਾਉਂਦੇ ਨੇ, ਸਤਿਗੁਰ ਤੇ ਆਵਾਜ਼ ਦਿੰਦੇ ਨੇ, ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਸਤਿਗੁਰ ਤੇ ਬੁਲਾਉਂਦੇ ਨੇ, ਪਰ ਸਾਡਾ ਮਨ ਦੁਨਿਆਵੀ ਪਦਾਰਥਾਂ ਦੇ ਅੰਦਰ ਇਤਨਾ ਮਗਨ ਹੈ, ਇਤਨਾ ਰਮਿਆ ਹੋਇਆ ਹੈ, ਉਹ ਸਤਿਗੁਰ ਦੀ ਗੱਲ ਸੁਣਦਾ ਹੀ ਨਹੀਂ। ਸਤਿਗੁਰ ਦੀ ਸ਼ਰਨ ਪੈਣ ਤੋਂ ਬਿਨਾ ਮਨੁੱਖ ਕਦੇ ਵੀ ਸੁੱਖ ਨਹੀਂ ਪਾ ਸਕਦਾ। ਉਹ ਵਾਰ-ਵਾਰ ਮੁੜ ਕੇ ਦੁਖੀ ਹੋ ਕੇ ਪਛਤਾਉਂਦਾ ਹੈ ਜਦੋਂ ਆਪਣੇ ਮਨ ਦੇ ਪਿੱਛੇ ਤੁਰਦਾ ਹੈ। ਹਰ ਕੇ ਦਾਸ ਸੁਹੇਲੇ ਭਾਈ। ਪਰਮਾਤਮਾ ਦੇ ਜੋ ਭਗਤ ਹਨ ਉਹਨਾਂ ਦਾ ਜੀਵਨ ਦੇਖੋਗੇ ਉਹ ਸਦਾ ਹੀ ਸੁਖੀ ਨੇ। ਸੰਸਾਰਕ ਧਨ ਹੈ ਜਾਂ ਨਹੀਂ ਹੈ, ਉਹਨਾਂ ਦੇ ਜੀਵਨ ਦੇ ਅੰਦਰ ਸਦਾ ਹੀ ਸੁੱਖ ਬਣਿਆ ਹੋਇਆ ਹੈ, ਦੁੱਖ ਕਦੀ ਆਇਆ ਹੀ ਨਹੀਂ। ਇਸ ਲਈ ਹਰ ਕੇ ਦਾਸ ਸੁਹੇਲੇ ਭਾਈ, ਜਨਮ ਜਨਮ ਕੇ ਕਿਲ ਵਿਖ ਦੁੱਖ ਕਾਟੇ, ਆਪੇ ਮੇਲ ਮਿਲਾਏ। ਪ੍ਰਮਾਤਮਾ ਆਪ ਹੀ ਉਹਨਾਂ ਦੇ ਜਨਮਾਂ ਦੇ ਦੁੱਖ ਕੱਟ ਦਿੰਦਾ ਹੈ ਜਿਹੜੇ ਗੁਰੂ ਦੇ ਨਾਲ ਜੁੜੇ ਹੋਏ ਨੇ। ਜੁੜ ਕੇ ਜਿਹੜੇ ਭਾਈ ਆਪਣਾ ਜੀਵਨ ਬਤੀਤ ਕਰਦੇ ਨੇ, ਸਤਿਗੁਰ ਕਹਿੰਦੇ ਨੇ ਉਹਨਾਂ ਦੇ ਜਿਹੜੇ ਜਨਮਾਂ ਦੇ ਦੁੱਖ ਨੇ ਉਹ ਕੱਟੇ ਜਾਂਦੇ ਹਨ। ਉਹਨਾਂ ਨੂੰ ਆਪਣੇ ਚਰਨਾਂ ਵਿੱਚ ਸਦਾ ਹੀ ਸਤਿਗੁਰ ਮਿਲਾ ਕੇ ਰੱਖਣਾ ਹੈ, ਹਰ ਸਮੇਂ ਹੀ ਟਿਕਾਣਾ ਦਿੰਦਾ ਹੈ ਬਹਿਣ ਨੂੰ। ਉਹਨਾਂ ਦਾ ਸਤਿਕਾਰ ਸਾਰੀ ਦੁਨੀਆ ਕਰਦੀ ਹੈ ਜਿਹੜੇ ਭਾਈ ਸਤਿਗੁਰ ਨੂੰ ਸਦਾ ਹੀ ਆਪਣਾ ਗੁਰੂ ਮੰਨਦੇ ਹਨ, ਸਤਿਗੁਰ ਦੇ ਸਨਮੁਖ ਆ ਕੇ ਹੁੰਦੇ ਹਨ। ਜਨਮ ਕੇ ਕਿਲ ਵਿਖ ਦੁੱਖ ਕਾਟੇ, ਆਪੇ ਮੇਲ ਮਿਲਾਏ। ਆਪ ਦੇ ਮਨ ਤੋਂ ਕਿਰਪਾ ਕੀਤੀ ਹੈ। ਇਹ ਕੁਟੰਬ ਸਭ ਜੀ ਕੇ ਬੰਧਨ ਭਾਈ, ਭਰਮ ਭੁਲਾ ਸੰਸਾਰਾ। ਆ ਜੋ ਕੁਟੰਬ ਸੰਸਾਰਕ ਹੈ, ਇਹਦੇ ਵਿੱਚ ਆਪਾਂ ਐਸੇ ਫਸੇ ਹੋਏ ਹਾਂ, ਆਪਾਂ ਗੁਰੂ ਚਰਨਾਂ ਤੋਂ ਦੂਰ ਹਾਂ। ਗੁਰੂ ਦੀ ਰਜ਼ਾ ਵਿੱਚ ਤੁਰਨ ਤੋਂ ਬਿਨਾਂ ਇਹ ਆਪਣਾ ਪਰਿਵਾਰ ਵੀ ਸਾਡੀ ਜਿੰਦ ਵਾਸਤੇ ਇੱਕ ਕਹਿੰਦੇ ਨੇ ਬੰਧਨ ਹੈ। ਇਸ ਲਈ ਬੰਧਨ ਹੈ, ਇਹਨਾਂ ਦੇ ਪਿੱਛੇ ਲੱਗ ਕੇ ਅਸੀਂ ਸਾਰਾ ਦਿਨ ਭਟਕਦੇ ਹਾਂ, ਦੁਕਾਨਦਾਰੀ ਕਰਦੇ ਹਾਂ, ਝੂਠ ਸੱਚ ਬੋਲਦੇ ਹਾਂ, ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਅਸੀਂ ਦੁਕਾਨਦਾਰੀ ਤੇ ਕਰਦੇ ਹਾਂ।
ਵਿਹਾਰ ਕਰਦੇ ਹਾਂ ਪਰ ਆਪਾਂ ਗੁਰੂ ਚਰਨਾਂ ਤੋਂ ਦੂਰ ਹੋ ਜਾਂਦੇ ਹਾਂ। ਜੋ ਗੁਰੂ ਨੇ ਦੱਸਿਆ ਉਹ ਤੇ ਗੱਲ ਮੰਨੀ ਨਹੀਂ। ਇਹ ਪਰਿਵਾਰ ਦਾ ਜੋ ਕੁਟੁੰਬ ਹੈ ਜਿਹੜਾ ਇਹਦੇ ਵਿੱਚ ਮਗਨ ਹੋ ਗਿਆ, ਸਤਿਗੁਰ ਕਹਿੰਦੇ ਨੇ ਉਹ ਵੀ ਇੱਕ ਜੀਅ ਦੇ ਵਾਸਤੇ ਬੰਧਨ ਹੈ। ਪਰਿਵਾਰ ਵਿੱਚ ਰਹਿੰਦੇ ਹੋਇਆਂ ਸਤਿਗੁਰ ਦੀ ਸ਼ਰਨ ਵਿੱਚ ਆ ਸਤਿਗੁਰ ਜੀ ਨੇ ਗ੍ਰਸਤ ਨੂੰ ਪ੍ਰਧਾਨ ਮੰਨਿਆ ਹੈ। ਸਤਿਗੁਰ ਕਹਿੰਦੇ ਨੇ ਗ੍ਰਸਤ ਵਿੱਚ ਰਹਿ ਕੇ ਤੂੰ ਗੁਰੂ ਕੀ ਬੰਦਗੀ ਕਰਨੀ ਹੈ। ਇਹਨੇ ਗ੍ਰਸਤ ਨੂੰ ਛੱਡ ਦੇਣਾ ਨਹੀਂ। ਕਈ ਐਸੇ ਨੇ ਜੰਗਲ ਬਿਆਬਾਨਾਂ ਵਿੱਚ ਚਲੇ ਜਾਂਦੇ ਨੇ, ਕਈ ਪਰਿਵਾਰ ਨੂੰ ਛੱਡ ਦਿੰਦੇ ਨੇ। ਸਤਿਗੁਰ ਕਹਿੰਦੇ ਨਹੀਂ, ਪਰਿਵਾਰ ਵਿੱਚ ਰਹਿ ਕੇ ਹੀ ਤੇ ਤੂੰ ਜਦੋਂ ਗੁਰੂ ਕੀ ਬੰਦਗੀ ਕਰੇਗਾ, ਗੁਰੂ ਕੀ ਸੰਗਤ ਵਿੱਚ ਆਏਗਾ ਤੇ ਤੇਰਾ ਜੋ ਜੀਵਨ ਹੈ ਸਤਿਗੁਰ ਕਹਿੰਦੇ ਨੇ ਇਹ ਸੁਖਾਲਾ ਹੋ ਜਾਏਗਾ, ਇਹ ਬੰਧਨਾਂ ਤੋਂ ਮੁਕਤ ਹੋ ਜਾਏਗਾ, ਭਟਕਣਾ ਤੇਰਾ ਬੰਦ ਹੋ ਜਾਏਗਾ। ਉਹ ਭਟਕਣਾ ਵਿੱਚ ਦਿਨ ਰਾਤ ਫਸੇ ਰਹਿੰਦੇ ਨੇ ਜਿਹੜੇ ਭਾਈ ਪਰਿਵਾਰ ਨੂੰ ਹੀ ਸਭ ਕੁਝ ਬੰਦੇ ਨੇ। ਗੁਰ ਬਿਨ ਬੰਧਨ ਟੁੱਟੈ ਨਾਹੀ, ਗੁਰਮੁਖ ਮੋਖ ਦਵਾਰ। ਗੁਰੂ ਦੀ ਸ਼ਰਨ ਆਉਣ ਤੋਂ ਬਿਨਾਂ ਇਹ ਬੰਧਨ ਕਦੇ ਟੁੱਟ ਨਹੀਂ ਸਕਦੇ, ਕਿਉਂਕਿ ਪਰਿਵਾਰ ਦਾ ਹੀ ਮੋਹ ਐਸਾ ਬਣ ਜਾਂਦਾ ਹੈ। ਇਹ ਟੁੱਟਣਾ ਬਹੁਤ ਔਖਾ ਹੈ। ਸਾਨੂੰ ਬੱਚਿਆਂ ਨਾਲ ਬਹੁਤ ਪਿਆਰ ਹੈ। ਸਤਿਗੁਰ ਕਹਿੰਦੇ ਨੇ ਪਿਆਰ ਕਰ, ਪਰ ਪਿਆਰ ਤੋਂ ਅੱਗੇ ਵੀ ਕੋਈ ਜੀਵਨ ਹੈ। ਜਦੋਂ ਪਿਆਰ ਤੋਂ ਅਗਲਾ ਜੀਵਨ ਤੂੰ ਦੇਖੇਗਾ, ਪਰਿਵਾਰ ਦੇ ਬੰਧਨ ਤੋਂ ਅੱਗੇ ਉੱਠ ਕੇ ਕਿ ਗੁਰੂ ਕੇ ਚਰਨਾਂ ਦਾ ਜੋ ਪਿਆਰ ਹੈ, ਇਹ ਐਸਾ ਪਿਆਰ ਹੈ ਤੈਨੂੰ ਪਰਿਵਾਰ ਤੋਂ ਅੱਗੋਂ ਮਿੱਠਾ ਲੱਗੇਗਾ। ਕਿਉਂਕਿ ਇਹ ਜੋ ਬੰਧਨ ਨੂੰ ਤੋੜਨ ਵਾਲਾ ਹੈ, ਗੁਰੂ ਕੀ ਸ਼ਰਨ ਪੈਣ ਵਾਲਾ ਮਨੁੱਖ ਮੋਹ ਦੇ ਬੰਧਨਾਂ ਤੋਂ ਖਲਾਸੀ ਪਾਉਣ ਦਾ ਰਸਤਾ ਲੱਭ ਲੈਂਦਾ ਹੈ, ਜਿਹਦੇ ਅੰਦਰ ਸਤਿਗੁਰ ਜੀ ਅੰਦਰ ਪਿਆਰ ਜਗਾ ਦਿੰਦੇ ਹਨ। ਹੁਣ ਕਈ ਦਿਨ ਰਾਤ ਪਰਿਵਾਰ ਵਿੱਚ ਹੀ ਮਗਨ ਨੇ, ਉਹ ਕਦੀ ਆਈ ਨਹੀਂ। ਜਦੋਂ ਸਤਿਗੁਰ ਨੇ ਕਿਰਪਾ ਕੀਤੀ, ਜਵਾਨੀ ਤੋਂ ਬੁਢੇਪਾ ਜਦੋਂ ਆਉਣਾ ਆਰੰਭ ਹੋ ਗਿਆ, ਪਤਾ ਲੱਗਿਆ, ਮਨ ਜਾਗਿਆ ਕਿ ਗੁਰੂ ਕੀ ਸੰਗਤ ਵੀ ਕਰਨੀ ਹੈ, ਫਿਰ ਆਪਣੇ ਪਰਿਵਾਰ ਦੇ ਬੰਧਨ ਤੋਂ ਮੁਕਤ ਹੋਇਆ। ਫਿਰ ਆਪਾਂ ਗੁਰੂ ਕੀ ਸੰਗਤ ਵਿੱਚ ਆ ਕੇ ਜੁੜੇ। ਸਤਿਗੁਰ ਕਹਿੰਦੇ ਨੇ ਕਰਮ ਕਰਿਆ ਗੁਰ ਸ਼ਬਦ ਨਾ ਪਛਾਣੈ, ਮਰ ਜਨਮੈ ਬਾਰੋ ਬਾਰ। ਜਿਹੜੇ ਮਨੁੱਖ ਨਿਰੇ ਦੁਨੀਆ ਦੇ ਕੰਮ ਧੰਦੇ ਹੀ ਕਰਦੇ ਰਹਿੰਦੇ ਹਨ, ਪਰ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਉਂਦੇ, ਉਹ ਮੁੜ ਮੁੜ ਜੰਮਦੇ ਹਨ ਤੇ ਮੁੜ ਮੁੜ ਮਰਦੇ ਹਨ। ਇਹ ਜੰਮਣ ਮਰਨ ਦੀ ਜੋ ਸਜ਼ਾ ਹੈ, ਇਹ ਸਾਰਿਆਂ ਨਾਲੋਂ ਵੀ ਸਖਤ ਹੈ। ਮਰ ਮਰ ਕੇ ਜੰਮਣਾ, ਫਿਰ ਦੁਬਾਰਾ ਜੰਮ ਕੇ ਫਿਰ ਮਰਨਾ, ਇਹ ਸਜ਼ਾ ਬਹੁਤ ਸਖਤ ਹੈ। ਹੁਣ ਜੀਵਨ ਵਿੱਚ ਅਸੀਂ ਕਿਤਨੇ ਦੁੱਖ ਸਹਿੜਦੇ ਹਾਂ, ਦੁੱਖ ਸਹਿੜਦੇ ਮਰ ਜਾਂਦੇ ਹਾਂ। ਫਿਰ ਦੁਬਾਰਾ ਅਸੀਂ ਪਤਾ ਨਹੀਂ ਕਿਹੜੀ ਦੁਨੀਆ ਵਿੱਚ ਦੁੱਖ ਸਹਿੜਦੇ ਆਉਂਦੇ ਹਾਂ, ਪਤਾ ਹੀ ਨਹੀਂ ਲੱਗਦਾ। ਫਿਰ ਮਾਤਾ ਦੇ ਗਰਭ ਵਿੱਚ ਆ ਕੇ ਸਤਿਗੁਰ ਕਹਿੰਦੇ ਤੂੰ ਜੰਮਦਾ ਹੈ, ਮਰ ਮਰ ਜੰਮੈ, ਇਹ ਜੋ ਸਜ਼ਾ ਹੈ ਇਹ ਬਹੁਤ ਸਖਤ ਹੈ। ਉਹਨਾਂ ਦੀ ਇਹ ਸਜ਼ਾ ਖਤਮ ਹੋ ਜਾਂਦੀ ਹੈ ਜਿਹੜੇ ਭਾਈ ਦਿਨ ਰਾਤ ਗੁਰੂ ਕੀ ਸੰਗਤ ਕਰਦੇ ਹਨ। ਹਉ ਮੇਰਾ ਜਬ ਕਲਚਰਿਆ ਭਾਈ, ਕੋਈ ਨਾ ਕਿਸੇ ਹੀ ਕੀਰਾ। ਇੱਥੇ ਹੁਣ ਸਮਝਾਇਆ ਹੈ ਇਹ ਭਾਈ ਜਿਹੜਾ ਦਿਨ ਰਾਤ ਕਹਿੰਦਾ ਹਉ ਮੇਰਾ, ਹਉਮੈ ਵਿੱਚ ਦਿਨ ਰਾਤ ਹਉਮੈ ਵਿੱਚ ਹੰਕਾਰ ਵਿੱਚ ਰਹਿੰਦੇ ਨੇ। ਮੈਂ ਵੱਡਾ, ਮੇਰੇ ਤੋਂ ਵੱਡਾ ਕੋਈ ਨਹੀਂ, ਮੈਂ ਮਾਇਆ ਭਾਈ ਹਾਂ। ਦਿਨ ਰਾਤ ਇਸੇ ਵਿੱਚ ਰਹਿੰਦੇ ਹਨ। ਸਤਿਗੁਰ ਕਹਿੰਦੇ ਨੇ ਉਹ ਹੰਕਾਰ ਦੇ ਵਿੱਚ ਹੀ ਰਹਿ ਕੇ ਆਪਣਾ ਜੀਵਨ ਸਾਰਾ ਵਿਅਰਥ ਗਵਾ ਲੈਂਦੇ ਹਨ। ਮੈਂ ਵੱਡਾ ਹਾਂ, ਇਹ ਗੱਲ ਦਾ ਹੰਕਾਰ ਹੈ। ਇਸ ਵਿੱਚ ਜਗਤ ਦਿਨ ਰਾਤ ਉਲਝਿਆ ਹੋਇਆ ਹੈ। ਕੋਈ ਵੀ ਕਿਸੇ ਦਾ ਸਦਾ ਸਾਥੀ ਨਹੀਂ ਬਣ ਸਕਦਾ। ਮਾਤਾ ਪਿਤਾ ਹੋ ਗਏ, ਪੁੱਤਰ ਹੋ ਗਏ, ਸਾਥ ਸੰਬੰਧੀ ਹੋ ਗਏ, ਇਹਨਾਂ ਦਾ ਸਾਰਾ ਦਾ ਸਾਥ ਇੱਕ ਦਿਨ ਸਤਿਗੁਰ ਕਹਿੰਦੇ ਨੇ ਛੁੱਟਣ ਵਾਲਾ ਹੈ। ਕੋਈ ਵੀ ਨਾਲ ਦੇਣ ਵਾਲਾ ਨਹੀਂ ਹੈ। ਤੇ ਹੰਕਾਰ ਕਿਹੜੀ ਗੱਲ ਦਾ ਕਰਦਾ ਹੈ? ਇਹ ਸਾਰੇ ਜੰਜਾਲ ਹਨ। ਹਰੇ ਮਨ ਤੇਰੋ ਕੋਈ ਨਹੀਂ, ਕਿੰਚ ਲਾਏ ਦਿਨ ਭਾਰ, ਬਿਰਖ ਬਸੇਰੋ ਮੰਖ ਕੋ ਤੈਸੋ ਹੀ ਸੰਸਾਰ। ਕਦੀ ਪੰਛੀ ਨੇ ਵੀ ਕਿਹਾ ਵੀ ਆਹ ਘੋਂਸਲਾ ਮੇਰਾ ਹੈ ਜਾਂ ਆਹ ਦਰਖਤ ਮੇਰਾ ਹੈ, ਰਹਿਣ ਬਸੇਰਾ ਕੀਤਾ ਤੇ ਉੱਡ ਗਏ। ਇਸੇ ਤਰ੍ਹਾਂ ਅਸੀਂ ਵੀ ਰਹਿਣ ਬਸੇਰਾ ਕਰਨ ਵਾਸਤੇ ਆਏ। ਨਾ ਸਾਡਾ ਮਕਾਨ ਆਪਣਾ, ਨਾ ਧੀਆਂ ਪੁੱਤਰ ਆਪਣੇ, ਨਾ ਧਨ ਜਿਹੜਾ ਜੋੜਿਆ ਆਪਣੀ ਮਿਹਨਤ ਦੇ ਨਾਲ, ਉਹ ਸਾਡਾ ਆਪਣਾ ਸਭ ਕੁਝ ਛੱਡ ਕੇ ਜਾਣਾ ਹੈ। ਅਸਲ ਧਨ ਹੈ ਜੋ ਗੁਰੂ ਕੀ ਸੰਗਤ ਵਿੱਚ ਆ ਕੇ ਮਿਲਣਾ ਹੈ। ਇਹ ਗੁਰੂ ਕੀ ਸੰਗਤ ਦਾ ਜੋ ਧਨ ਹੈ, ਇਹ ਜੋ ਸਮਾਂ ਹੈ,
ਇਹ ਸਾਡਾ ਘੜੀਆਂ ਜੋ ਸਫਲ ਹੋਣਗੀਆਂ ਇਹਦਾ ਹੀ ਸਾਨੂੰ ਲਾਹਾ ਮਿਲ ਸਕਦਾ ਹੈ। ਦੁਨਿਆਵੀ ਜਿਤਨੇ ਮਰਜ਼ੀ ਤੁਸੀਂ ਭਾਰ ਚੁੱਕੀ ਜਾਓ ਇਹ ਸਾਰੇ ਛੱਡ ਕੇ ਜਾਣੇ ਨੇ। ਅੱਗੇ ਸਮਝਾਉਣਾ ਕੀਤਾ ਗੁਰਮੁਖ ਮਹਿਰ ਪਾਣ ਗੁਣ ਗਾਵਣ ਨਿਜ ਕਰ ਹੋਈ ਬਸੇਰਾ। ਗੁਰੂ ਦੀ ਸ਼ਰਨ ਪੈਣ ਵਾਲੇ ਮਨੁੱਖ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ ਅਤੇ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਕਰਕੇ ਉਹ ਆਪਣਾ ਜੋ ਆਤਮਿਕ ਜੀਵਨ ਹੈ, ਆਤਮਿਕ ਜੀਵਨ ਵਿੱਚ ਪ੍ਰਭੂ ਦਾ ਜੋ ਨਿਵਾਸ ਹੈ ਉਹ ਬਣਾਏ ਰੱਖਦੇ ਹਨ, ਜਿਹੜੇ ਦਿਨ ਰਾਤ ਆ ਕੇ ਜੋੜਦੇ ਹਨ। ਇਸ ਲਈ ਬਾਰ-ਬਾਰ ਬੇਨਤੀ ਕਰੀ ਗਈ ਹੈ। ਸਤਿਗੁਰੂ ਜੀ ਨੇ ਕਿਹਾ ਕਿ 24 ਘੰਟਿਆਂ ਵਿੱਚੋਂ ਆ 2 ਘੰਟੇ ਗੁਰੂ ਨੂੰ ਦੇ ਦੇ, ਤੇਰਾ ਜੋ ਜੀਵਨ ਹੈ ਇਹ ਸਾਰਾ ਹੀ ਸਫਲ ਹੋ ਜਾਏਗਾ। 24 ਘੰਟੇ ਨੂੰ ਦੁਕਾਨਦਾਰੀ ਕਰ, ਪਰਿਵਾਰ ਵਿੱਚ ਵਿਚਰ, ਕੋਈ ਗੱਲ ਨਹੀਂ, ਪਰ 2 ਘੰਟੇ ਸ਼ਾਮਾਂ ਨੂੰ ਤੇ ਸਵੇਰੇ 2 ਘੰਟੇ ਆਪਣਾ ਗੁਰੂ ਦੇ ਲੇਖੇ ਵਿੱਚ ਲਾ। ਇਹ ਜੋ ਜੀਵਨ ਹੈ ਤੇਰਾ ਇਹੀ ਸਫਲ ਹੋਣ ਵਾਲਾ ਹੈ। ਇਹਦੇ ਨਾਲ ਹੀ ਤੇਰਾ ਮੁੜ ਮੁੜ ਕੇ ਜੋ ਜਮਣਾ ਹੈ, ਇਹ ਮਰਨਾ ਹੈ, ਸਤਿਗੁਰੂ ਕਹਿੰਦੇ ਨੇ ਇਹ ਖਤਮ ਹੋ ਜਾਏਗਾ। ਐਥੇ ਬੋਲਿਆ ਸੋ ਆਪ ਨਾ ਪਛਾਣੈ ਆ ਪ੍ਰਭ ਹੈ ਕਿਸ ਤੇਰਾ। ਜਿਹੜਾ ਮਨੁੱਖ ਇਸ ਜੀਵਨ ਵਿੱਚ ਹੀ ਇਸ ਭੇਦ ਨੂੰ ਸਮਝ ਲੈਂਦਾ ਹੈ ਕਿ ਉਹ ਆਪਣੇ ਆਤਮਿਕ ਜੀਵਨ ਨੂੰ ਪ੍ਰਤਾੜਨਾ ਕਰਦਾ ਹੈ, ਪਰਮਾਤਮਾ ਉਸ ਮਨੁੱਖ ਨੂੰ ਸਦਾ ਹੀ ਆਪਣੇ ਅੰਗ ਸੰਗ ਰੱਖਦਾ ਹੈ ਤੇ ਸਦਾ ਹੀ ਸਹਾਇ ਬਣਦਾ ਹੈ। ਇਸ ਲਈ ਭਾਈ ਸਤਿਗੁਰ ਕਹਿੰਦੇ ਹਨ ਜਦੋਂ ਸਦਾ ਹੀ ਸਤਿਗੁਰ ਨੂੰ ਸਹਾਇ ਮੰਨਦਾ ਹੈ ਤੇ ਸਤਿਗੁਰ ਕਹਿੰਦੇ ਨੇ ਐਸੇ ਹੀ ਜੀਵਨ ਵਿੱਚ ਇਸ ਗੱਲ ਨੂੰ ਸਮਝ ਲੈ ਤਾਂ ਹੀ ਤੇਰਾ ਸੰਸਾਰ ਤੇ ਸਫਲ ਹੈ। ਸਤਿਗੁਰ ਸਦਾ ਦਿਆਲ ਹੈ ਭਾਈ, ਵਿਣ ਭਾਗਾਂ ਕਿਆ ਪਾਈਏ। ਸਤਿਗੁਰ ਹੁਣ ਹਮੇਸ਼ਾ ਹੀ ਦਿਆਲ ਹੈ। ਤੁਸੀਂ ਸ਼ੁਕਰਾਨਾ ਕਰ ਰਹੇ ਹੋ ਜਾਂ ਨਹੀਂ ਕਰ ਰਹੇ, ਸਤਿਗੁਰ ਫਿਰ ਵੀ ਦਿਆਲ ਹੈ। ਤੇ ਸਤਿਗੁਰ ਕਹਿੰਦੇ ਬਿਨਾਂ ਭਾਗਾਂ ਤੋਂ ਕੁਝ ਪ੍ਰਾਪਤ ਨਹੀਂ ਹੋ ਸਕਦਾ। ਬੰਦਾ ਹੁਣ ਵੇਖੋ ਕਈ ਦਿਨ ਰਾਤ ਇਤਨੀ ਮਿਹਨਤ ਕਰਦੇ ਨੇ, ਇਤਨੀ ਮਿਹਨਤ ਕਰਦੇ ਨੇ, ਪਰ ਪਰਿਵਾਰ ਦਾ ਗੁਜ਼ਾਰਾ ਮੁਸ਼ਕਲ ਚੱਲਦਾ ਹੈ। ਹੁਣ ਕਈ ਐਸੇ ਨੇ ਦੁਕਾਨਦਾਰੀ ਖੋਲੀ ਹੋਈ ਹੈ, ਸਵੇਰੇ ਜਾਂਦੇ ਨੇ ਸ਼ਾਮਾਂ ਨੂੰ ਤਾਲੇ ਇਕੱਠਾ ਕਰ ਲੈਂਦੇ। ਇਤਨੀ ਮਿਹਨਤ ਕਰਨ ਵਾਲਾ ਪ੍ਰਾਣੀ ਇਤਨਾ ਧਨ ਇਕੱਠਾ ਨਹੀਂ ਕਰ ਸਕਦਾ। ਸਤਿਗੁਰ ਦੀ ਕਿਰਪਾ ਦੇ ਨਾਲ ਜਿਹਨਾਂ ਨੂੰ ਧਨ ਪਦਾਰਥ ਸਤਿਗੁਰ ਦਿੰਦਾ ਹੈ, ਅਥਾਹ ਦੇ ਦਿੰਦਾ ਹੈ, ਇਸ ਲਈ ਕਿ ਤੂੰ ਸਤਿਗੁਰ ਕਹਿੰਦੇ ਇਹਨਾਂ ਘਟੋਣਿਆਂ ਵਿੱਚ ਮਗਨ ਰਹੇ। ਜਿਸ ਤਰ੍ਹਾਂ ਮਾਂ ਬੱਚੇ ਨੂੰ ਆਪਣੇ ਤੋਂ ਦੂਰ ਕਰਨ ਦੇ ਵਾਸਤੇ ਖਿਡੌਣੇ ਦਿੰਦੀ ਹੈ, ਇਹਦੇ ਨਾਲ ਤੂੰ ਖੇਡਦਾ ਹੈ। ਇਸੇ ਤਰ੍ਹਾਂ ਸਤਿਗੁਰ ਨੇ ਇਹ ਸਾਨੂੰ ਮਾਇਆ ਦਿੱਤੀ, ਧੀਆਂ ਪੁੱਤਰ ਦਿੱਤੇ, ਮਕਾਨ ਦਿੱਤੇ, ਗੱਡੀਆਂ ਦਿੱਤੀਆਂ, ਇਹ ਖਿਡੌਣੇ ਨੇ। ਇਹਨਾਂ ਖਿਡੌਣਿਆਂ ਤੋਂ ਜਿਹੜਾ ਬਚ ਕੇ ਗੁਰੂ ਨੂੰ ਯਾਦ ਕਰਦਾ ਹੈ, ਜਿਹੜਾ ਬੱਚਾ ਖਿਡੌਣਿਆਂ ਵਿੱਚ ਮਸਤ ਨਹੀਂ ਹੁੰਦਾ, ਮਾਂ ਨੂੰ ਯਾਦ ਕਰਦਾ ਹੈ, ਰੋਂਦਾ ਹੈ, ਉਹਨੂੰ ਫਿਰ ਸਭ ਕੁਝ ਪ੍ਰਾਪਤ ਹੋ ਜਾਂਦਾ। ਇਸ ਲਈ ਸਤਿਗੁਰੂ ਕਹਿੰਦੇ ਨੇ ਏਕ ਨਦਰ ਕਰ ਵੇਖਿਆ ਸਭ ਉੱਪਰ, ਜਿਹਾ ਭਾਓ ਤਿਹਾ ਫਲ ਪਾਈਐ। ਗੁਰੂ ਦੀ ਸਭਨਾਂ ਨੂੰ ਇੱਕ ਹੀ ਪਿਆਰ ਦੀ ਨਿਗਾਹ ਨਾਲ ਦੇਖਦਾ ਹੈ, ਭਾਵੇਂ ਉਹ ਗਰੀਬ ਹੈ ਤੇ ਭਾਵੇਂ ਅਮੀਰ ਹੈ। ਇੱਥੇ ਅਮੀਰ ਗਰੀਬ ਦਾ ਕੋਈ ਸਵਾਲ ਹੀ ਨਹੀਂ ਹੈ, ਜਾਤ ਪਾਤ ਦਾ ਕੋਈ ਸਵਾਲ ਹੀ ਨਹੀਂ ਹੈ। ਇਹ ਨੀਵੀਂ ਜਾਤ ਹੈ, ਇਹ ਉੱਚੀ ਜਾਤ ਹੈ, ਨਹੀਂ। ਇੱਥੇ ਸਾਰਾ ਕੁਝ ਸਰਬ ਸਾਂਝਾ ਹੈ। ਸਾਰੇ ਅਸੀਂ ਗੁਰੂ ਕੇ ਸਿੱਖ ਹਾਂ, ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ। ਜਦੋਂ ਇਹ ਭਿੰਨ ਭੇਦ ਸਾਡੇ ਅੰਦਰੋਂ ਖਤਮ ਹੋ ਗਿਆ ਉਦੋਂ ਅਸੀਂ ਅਸਲ ਗੁਰੂ ਕੇ ਸਿੱਖ ਬਣ ਸਕਦੇ ਹਾਂ, ਨਹੀਂ ਤੇ ਨਹੀਂ ਬਣ ਸਕਦੇ। ਇਸ ਲਈ ਸਤਿਗੁਰ ਹਰ ਸਮੇਂ ਹੀ ਭਾਈ ਇੱਕ ਨਜ਼ਰ ਸਾਰਿਆਂ ਨੂੰ ਦੇਖਦਾ ਹੈ। ਅਖੀਰ ਤੇ ਸਮਝਾਉਂਦੇ ਨੇ ਨਾਨਕ ਨਾਮ ਵਸੈ ਮਨ ਅੰਤਰ ਵਿੱਚੋਂ ਆਪ ਗਵਾਈਐ। ਜਿਹੜੇ ਭਾਈ ਆਪਣੇ ਅੰਦਰ ਪਰਮਾਤਮਾ ਦੇ ਨਾਮ ਨੂੰ ਵਸਾ ਲੈਂਦੇ ਹਨ ਉਹ ਸਦਾ ਹੀ ਆਪਣੇ ਅੰਦਰੋਂ ਹਉਮੈ ਖਤਮ ਕਰ ਲੈਂਦੇ ਨੇ, ਉਹਨਾਂ ਨੂੰ ਸਦਾ ਹੀ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਇਸ ਲਈ ਭਾਈ ਜਿਤਨਾ ਹੋ ਸਕੇ ਗੁਰੂ ਕੀ ਸੰਗਤ ਕਰੋ। ਨਾਮ ਬਣਦਾ ਅਭਿਆਸ ਇਹੀ ਸਾਡੇ ਨਾਲ ਜੁੜਨ ਵਾਲਾ ਹੈ ਔਰ ਸਾਡੇ ਕੋਲ ਪਸਾਰਾ ਹੈ। ਜਦੋਂ ਇਹ ਗੱਲ ਸਮਝ ਆਉਂਦੀ ਹੈ ਬਹੁਤ ਦੇਰ ਹੋ ਜਾਂਦੀ ਹੈ, ਉਹ ਦੇਰ ਫਿਰ ਸਾਡੀ ਕਿਸੇ ਕੰਮ ਨਹੀਂ ਆਉਂਦੀ। ਇਸ ਲਈ ਗੁਰੂ ਸਾਹਿਬ ਸਮੇਂ ਸਿਰ ਆ ਕੇ ਜੁੜਿਆ ਕਰੋ। ਆਹ ਦੇ ਦੀਵਾਨਾਂ ਵਿੱਚ ਵੀ ਆਪਾਂ ਨੇ ਸਮੇਂ ਸਿਰ ਹਾਜ਼ਰੀ ਕਰਨੀ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਜੋ ਕਿ ਹਰ ਥਾਂ ਤੇ ਹਰ ਜੋ ਸਿੱਖ ਹੈ ਜਿੱਥੇ ਵੀ ਬੈਠਾ ਹੈ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਉਂਦਾ ਹੈ। ਆਪਾਂ ਨੇ ਯਤਨ ਕੀਤੇ ਹਨ, ਅਨੰਦਪੁਰ ਸਾਹਿਬ ਦੇ ਪ੍ਰਵਾਹ ਜਾਰੀ ਹਨ।
ਕੱਲ੍ਹ ਨੂੰ ਸਮਾਪਤੀ ਹੈ ਤੇ ਉਸ ਤੋਂ ਬਾਅਦ ਦੀਵਾਨ ਸਜਣੇ ਹਨ। ਸਮੇਂ ਸਿਰ ਪਹੁੰਚ ਕੇ ਹਾਜ਼ਰੀ ਲਾਉਣੀ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਗਾਵਿਆ ਸੁਣਿਆ ਸਾਡਾ ਆਏ ਪਾਏ ਇਹ ਅਰਦਾਸ ਬੇਨਤੀ ਕਰਨੀ ਹੈ। ਆਪ ਸਾਰੇ ਮਿਲ ਜੁਲ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਬੇਨਤੀ ਹੈ ਆਪ ਜੀ ਗੁਰਮਤਿ ਚੈਨਲ ਆਲ ਇੰਡੀਆ ਸਿੱਖ ਫੈਡਰੇਸ਼ਨ ਦੇ ਫੇਸਬੁੱਕ ਪੇਜ ਔਰ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਤੇ ਕਮੈਂਟਸ ਕਰਿਆ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲਾਈਵ ਦੇਖਣ ਲਈ ਜੁੜੇ ਰਹੋ ਆਲ ਇੰਡੀਆ ਸਿੱਖ ਫੈਡਰੇਸ਼ਨ।